ऐसे गुर को बल बल जाइए संगत बोले ऐसे। क्या बात। हाँ ऐसे गुर को बल बल जाइए बोलो जी। आप मुकत मोह तारे, आप मुकत मोह तारे। ऐसे गुर को बल बल जाइए। वाह वाह। धन श्री गुरु तेग बहादुर, धन श्री गुरु तेग बहादुर। तेग बहादुर सृष्टि दी चादर, तेग बहादुर सृष्टि दी चादर। ऐसे गुर को बल बल जाइए। जाइए नारायण नरपति नमस्कार। ऐसे गुर को बल बल जाइए आप मुकत मोए तारे। कवन कवण कवण गुण कहिए अंत नहीं कछ पारे। लाख 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 कई कोरे को है सो बेचारे। बिसम 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 की पई है लाल गुलाल रंगारे। ओ नानक संतन रस आई है। ज्यों चाहूंगा मुस्कारे, ज्यों चाहूंगा मुस्कारे। ऐसे गुर को बल बल जाइए सारे बोलो। ऐसे गुर को बल बल जाइए। ओ ऐसे गुर को बल बल जाइए। ऐसे गुर को बल बल जाइए। आप मुकत मोह तारे, आप मुकत मोह तारे। ऐसे गुर को बल बल जाइए। ऐसे गुर को बल बल जाइए। ऐसे गुर को बल बल जाइए। हाँ ऐसे गुर को बल बल जाइए। ऐसे गुर को
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਮਹੱਲੇ ਦੇ ਸ਼ਲੋਕਾਂ ਦੀ ਲੜੀਵਾਰ ਕਥਾ ਸ਼ੁਰੂ ਹੋਈ ਹੈ। ਅੱਜ ਤੀਜਾ ਭਾਗ ਹੈ। ਪੰਜਵੇਂ, ਛੇਵੇਂ, ਸੱਤਵੇਂ ਤੇ ਅੱਠਵੇਂ ਸ਼ਲੋਕ ਦੀ ਵਿਚਾਰ ਮਹਾਰਾਜ ਜੀ ਲੈਣ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਭੋਰਿਆਂ 'ਚ ਵੀ ਬੈਠੇ ਆ, ਦੁਨੀਆ ਨੂੰ ਤਾਰਨ ਲਈ ਘਰ ਘਰ ਜਾ ਕੇ ਬੂਹਾ ਵੀ ਖੜਕਾ ਹੈ। ਔਰ ਇੰਨਾ ਵੈਰਾਗ ਹੈ ਮਹਾਰਾਜ ਦੀ ਬਾਣੀ 'ਚ, ਜਿਹੜਾ ਅੰਦਰੋਂ ਸੁਣ ਲਵੇ, ਸਮਝ ਲਵੇ। ਉਹ ਨਾਮ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ ਕਰੇਗਾ। ਨਾਮ ਹੀ ਨਾਮ। ਤੁਸੀਂ ਫੀਲ ਨਾ ਕਰਿਓ ਜਿਵੇਂ ਕਈ ਵਾਰੀ ਆਮ ਹੁੰਦਾ ਨਾ ਜੀ, ਅਸੀਂ ਤੇ ਹੁਣ ਫਲਾਣੀ ਜਗ੍ਹਾ ਜਾਣਾ ਹੀ ਨਹੀਂ ਜੀ। ਕਿਉਂ ਜੀ? ਉਹਨਾਂ ਬਾਕੀਆਂ ਨੂੰ ਸਰੋਪਾ ਦਿੱਤਾ, ਸਾਨੂੰ ਨਹੀਂ ਦਿੱਤਾ। ਹਾਕੋ ਸਤਿਨਾਮ। ਤੁਸੀਂ ਗੁਰੂ ਤੇਗ ਬਹਾਦਰ ਜੀ ਨੂੰ ਸਮਝੋਗੇ, ਉਹਨਾਂ ਦੀ ਬਾਣੀ ਨੂੰ, ਮੈਂ ਕਹਿੰਦਾ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਜਾਓਗੇ। ਇਹ ਖੇਡਾਂ ਹੀ ਥੱਲੇ ਦੀ, ਨਾਮ ਹੀ ਨਾਮ। ਐਡਾ ਵੈਰਾਗ ਹੈ ਮਹਾਰਾਜ ਦੀ ਬਾਣੀ, ਐਡਾ ਵੈਰਾਗ ਹੈ। ਫਿਰ ਤੁਸੀਂ ਸਫ਼ਰ ਵੀ ਸਫਲਾ ਕਰੋਗੇ, ਸੰਗਤ 'ਚ ਬੈਠ ਕੇ ਘੜੀਆਂ ਵੀ ਸਫਲੀਆਂ ਕਰੋਗੇ, ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੇ ਹੋ, ਰਾਹ ਨੂੰ ਵੀ ਸਫਲਾ ਕਰੋਗੇ। ਇਤਨਾ ਮਹਾਰਾਜ ਸੱਚੇ ਪਾਤਸ਼ਾਹ ਨੇ ਵੈਰਾਗ ਭਰਿਆ। ਪੰਜਵਾਂ ਸ਼ਲੋਕ ਮਹਾਰਾਜ ਦਾ ਸੁਣਿਓ, ਵੈਰਾਗ ਕਿੰਨਾ ਹੈ। ਸਾਡੇ ਵਰਗੇ ਜੀਵਾਂ ਨੂੰ, ਨਿਕੰਮਿਆਂ ਨੂੰ, ਪਾਪੀਆਂ ਨੂੰ ਮੇਰੇ ਗੁਰੂ ਤੇਗ ਬਹਾਦਰ ਮਾਲਕ ਕੀ ਕਹਿੰਦੇ ਆ? ਧਨ ਦਾਰਾ ਸੰਪਤ ਸਗਲ। ਨੌਵੇਂ ਮਹੱਲੇ ਦਾ ਪੰਜਵਾਂ ਸ਼ਲੋਕ। ਧਨ ਦਾਰਾ ਸੰਪਤ ਸਗਲ, ਜਿਨ ਆਪਣੀ ਕਰਮਾਨ, ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ, ਇਨ ਮੈਂ ਕਛ ਸੰਗੀ ਨਹੀਂ। ਨਾਨਕ ਸਾਚੀ ਜਾਨ, ਨਾਨਕ ਸਾਚੀ ਜਾਨ। ਧਨ ਦਾਰਾ ਸੰਪਤ ਸਗਲ, ਧਨ ਦਾਰਾ ਸੰਪਤ ਸਗਲ, ਧਨ ਦਾਰਾ ਸੰਪਤ ਸਗਲ। ਜਿਨ ਆਪਣੀ ਕਰਮਾਨ, ਜਿਨ ਆਪਣੀ ਕਰਮਾਨ। ਧਨ ਦਾ ਅਰਥ ਹੈ ਮਾਇਆ, ਦਾਰਾ ਦਾ ਅਰਥ ਹੈ ਪਤਨੀ, ਪਤਨੀ ਲਈ ਪਤੀ। ਸੰਪਤ ਦਾ ਅਰਥ ਹੈ ਜਿਹੜੀ ਤੁਸੀਂ ਪ੍ਰਾਪਰਟੀ ਬਣਾਈ ਹੈ। ਸੰਪਤ, ਪ੍ਰਾਪਰਟੀ। ਕਿਸੇ ਦਾ ਇੱਕ ਮਕਾਨ ਹੈ, ਕਿਸੇ ਦੇ ਦੋ ਨੇ, ਕਿਸੇ ਦੇ 20 ਕਿੱਲੇ ਹੈ, ਕਿਸੇ ਦੇ 40।
ਕਿਸੇ ਦੀਆਂ 3-4 ਦੁਕਾਨਾਂ ਹੈ, ਕਿਹਦੀ ਇੱਕ। ਕਿੱਡਾ ਵਿਰਾਗ ਮਹਾਰਾਜ ਕਹਿੰਦੇ, ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਧਨ ਦਾਰਾ ਸੰਪਤ ਸਗਲ ਜਿਨ ਆਪਣੀ ਕਰਮਾਨ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਇਨ ਮੈਂ ਕਛ ਸੰਗੀ ਹੋ ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਇਨ ਮੈਂ ਕਛ ਸੰਗੀ ਨਹੀਂ ਨਾਨਕ ਸਾਚੀ ਜਾਨ। ਗੱਜ ਕੇ ਕਹਿ ਦਿਓ ਸਤਿਨਾਮ। ਮਾਇਆ ਵੀ ਦਾਰਾ ਪਤਨੀ, ਪਤਨੀ ਲਈ ਪਤੀ, ਸੰਪਤ ਜਿੱਦਣ ਸਮਾਂ ਪੂਰਾ ਹੋਣਾ, ਇਹਨਾਂ ਵਿੱਚੋਂ ਕਿਸੇ ਨੇ ਸਾਥ ਨਹੀਂ ਦੇਣਾ, ਇਕੱਲਾ ਹੀ ਜਾਣਾ। ਭਾਈ ਪਿੰਦਰਪਾਲ ਸਿੰਘ ਜੀ ਨੇ ਇੱਕ ਬੜੀ ਵਧੀਆ ਗੱਲ ਲਿਖੀ ਹੈ। ਕਹਿੰਦੇ ਹਨੇਰਾ ਹੋਵੇ ਨਾ, ਹਨੇਰਾ ਤੇ ਦੀਵਾ ਹੱਥ 'ਚ ਫੜਿਆ ਹੋਵੇ, ਪਰਛਾਵਾਂ ਨਾਲ ਹੁੰਦਾ। ਤੁਹਾਡੇ ਹੱਥ 'ਚ ਦੀਵਾ ਹੋਵੇ ਤੇ ਹਨੇਰਾ ਹੋਵੇ ਤੇ ਤੁਹਾਡਾ ਪਰਛਾਵਾਂ ਹੋਏਗਾ, ਉਹ ਨਾਲ ਹੋਏਗਾ। ਇਹ ਉਹਨਾਂ ਦੀ ਕਿਤਾਬ ਹੈ, ਉਹਨਾਂ ਲਿਖਿਆ, ਕਹਿੰਦੇ ਦੀਵਾ ਬੁਝਣ ਦੀ ਦੇਰ ਹੈ, ਸਭ ਤੋਂ ਨੇੜੇ ਤੇਰਾ ਪਰਛਾਵਾਂ। ਦੀਵਾ ਬੁਝਣ ਦੀ ਦੇਰ ਹੈ, ਪਰਛਾਵਾਂ ਵੀ ਸਾਥ ਛੱਡ ਦਿੰਦਾ। ਗੱਜ ਕੇ ਆਖੋ ਸਤਿਨਾਮ। ਉਹ ਦੀਵਾ ਬੁਝਦਾ, ਫਿਰ ਪਰਛਾਵਾਂ ਵੀ ਨਹੀਂ ਨਜ਼ਰ, ਉਹ ਵੀ ਸਾਥ ਛੱਡ ਦਿੰਦਾ। ਮਰਨ ਤੋਂ ਬਾਅਦ ਹੰਸ ਇਕੱਲਾ ਹੀ ਜਾਂਦਾ। ਜਿੰਨੇ ਤੇਰੇ ਆਲੇ ਦੁਆਲੇ ਆਲੇ, ਫਿਰ ਇਹ ਸੰਸਕਾਰ ਤੱਕ ਹੀ ਤੀਲਾ ਭੰਨ ਸਕਦੇ। ਆਖੋ ਸਤਿਨਾਮ। ਇਹ ਤੋਂ ਅੱਗੇ ਜ਼ੋਰ ਨਹੀਂ ਸਾਡਾ। ਸਿਕੰਦਰ ਬਾਦਸ਼ਾਹ ਇੱਕ ਇਲਾਕਾ ਜਿੱਤਿਆ, ਹੁਣ ਅਗਲਾ ਜਿੱਤ ਲਾ, ਹੁਣ ਅਗਲਾ ਜਿੱਤ ਲਾ, ਹੁਣ ਅਗਲਾ ਜਿੱਤ ਲਾ। ਸਿਕੰਦਰ ਦਾ ਕਾਫਲਾ ਲੰਘ ਰਿਹਾ ਸੀ, ਇੱਕ ਫਕੀਰ ਬੜੇ ਆਰਾਮ ਨਾਲ ਨਾਮ ਜਪ ਰਿਹਾ ਬੰਦਗੀ। ਸਿਕੰਦਰ ਕਹਿੰਦਾ, ਤੈਨੂੰ ਨਹੀਂ ਪਤਾ ਸਿਕੰਦਰ ਲੰਘ ਰਿਹਾ? ਤੂੰ ਬੈਠੇ ਆਰਾਮ ਨਾਲ। ਉਹ ਫਕੀਰ ਦਾ ਮਨ ਆ ਗਿਆ ਗਿਆਨ ਦੇਣ ਤੇ। ਸਿਕੰਦਰ ਕਿੱਧਰ ਜਾ ਰਿਹਾ ਹੈ? 9 ਲੱਖ ਕੇ ਜਿੱਤ ਆਇਆ, ਹੁਣ ਆ 10ਵਾਂ ਜਿੱਤਣਾ। ਫਿਰ ਕੀ ਕਰੇਗਾ? ਫਿਰ 11ਵਾਂ, ਫਿਰ 12ਵਾਂ, ਫਿਰ 13ਵਾਂ, ਫਿਰ ਕੀ ਕਰੇਗਾ? ਕਹਿੰਦਾ ਫਿਰ ਸਾਰਾ ਵਰਲਡ ਜਿੱਤਣਾ। ਫਕੀਰ ਕਹਿੰਦਾ, ਫਿਰ ਸਾਰਾ ਵਰਲਡ ਜਿੱਤ ਕੇ ਕੀ ਕਰੇਗਾ? ਕਹਿੰਦਾ, ਫਿਰ ਮੈਂ ਆਰਾਮ ਨਾਲ ਬੈਠਾਂਗਾ। ਫਕੀਰ ਕਹਿੰਦਾ, ਵੀ ਵੱਡਾ ਤੂੰ ਹੋਇਆ ਕਿ ਮੈਂ ਪਹਿਲੇ ਹੀ ਆਰਾਮ ਨਾਲ ਬੈਠਾ। ਆਖੋ ਸਤਿਨਾਮ। ਤੂੰ ਐਡੀ ਖੇਚਲ ਕਰਕੇ ਆਰਾਮ ਨਾਲ ਬੈਠੇਗਾ ਹੀ, ਪਹਿਲੇ ਬੈਠੇ। ਸਿਕੰਦਰ ਦੀ ਮੌਤ ਨਮੂਨੀਏ ਨਾਲ ਹੋਈ। ਇਹ ਵੀ ਜਿੱਤਾਂ ਵੀ ਜਿੱਤਾਂ ਤੇ ਉਹ ਨਮੂਨੀਆ ਹੋ ਗਿਆ। ਵਧੀਆ ਤੋਂ ਵਧੀਆ ਵੈਦ ਆ ਗਏ।
ਨਮੂਨੀਏ ਤੋਂ ਬਾਅਦ ਪੇਟ ਵਿੱਚ ਕੋਈ ਠਹਿਰੇ ਹੀ ਨਹੀਂ। ਉਹ ਵੈਦਾਂ ਨੇ ਨਾ ਇੱਕ ਚੁਟਕੀ ਦਵਾਈ ਦੀ ਨਾ ਵਗਦੀ ਨਾਲੀ 'ਚ ਸੁੱਟੀ ਤੇ ਨਾਲੀ ਜੰਮ ਗਈ। ਵੈਦ ਕਹਿੰਦੇ ਕੀ ਕਰੀਏ ਸਿਕੰਦਰ, ਇੰਨੀਆਂ ਦਵਾਈਆਂ ਮਾਹਿਰ ਦੇ ਰਹੇ ਆ ਵੀ ਨਾਲੀ 'ਚ ਚੁਟਕੀ ਪਾਈਏ, ਨਾਲੀ ਜਾਂ ਪਰ ਤੇਰੇ ਅੰਦਰ ਪੇਟ ਰੁਕ ਹੀ ਨਹੀਂ ਰਿਹਾ ਕੰਮ। ਆਖੋ ਸਤਿਨਾਮ। ਸਾਡੇ ਹੱਥ ਖੜੇ। ਉਹਨੂੰ ਪਤਾ ਲੱਗ ਗਿਆ ਵੀ ਹੁਣ ਮੌਤ ਨੇੜੇ, ਮੌਤ। ਉਹਨੇ 3 ਗੱਲਾਂ ਕਹੀਆਂ, ਤੁਸੀਂ ਸੁਣਿਓ ਜੇ ਚੰਗੀਆਂ ਲੱਗਣ ਤੇ। ਸਿਕੰਦਰ ਨੇ ਮਰਨ ਤੋਂ ਪਹਿਲਾਂ 3 ਗੱਲਾਂ ਕਹੀਆਂ। ਕਹਿੰਦਾ ਮੈਂ ਫਿਰ ਵੀ ਰਾਜਾ ਵਾਂ, ਵਜ਼ੀਰੋ ਮੇਰੀਆਂ 3 ਗੱਲਾਂ ਪੂਰੀਆਂ ਕਰ ਦੇਣ। ਦੱਸੋ ਬਾਦਸ਼ਾਹ। ਕਹਿੰਦਾ ਮੇਰੀ ਪਹਿਲੀ ਹੁਕਮ ਸਮਝ ਲਓ, ਸ਼ਰਤ ਸਮਝ ਲਓ, ਧਿਆਨ ਰੱਖਣਾ। ਕਹਿੰਦਾ ਜਦੋਂ ਮੈਂ ਮਰਾਂ ਮੇਰੀ ਅਰਥੀ ਨੂੰ ਸਾਰੇ ਵੈਦ ਹਕੀਮ ਮੋਢਾ ਦੇਣ। ਆਖੋ ਸਤਿਨਾਮ। ਬਈ ਕਬਰਸਤਾਨ ਤੱਕ ਮੇਰੀ ਅਰਥੀ ਲਿਜਾਣ ਵਿੱਚ ਕੋਈ ਮੇਰੇ ਰਾਜ ਦਾ ਹਕੀਮ ਨਾ ਰਹਿ ਜਾਵੇ, ਹਕੀਮ ਮੋਢਾ ਦੇਣ। ਸਾਰੇ ਵਜ਼ੀਰ ਕਹਿੰਦੇ ਬਾਦਸ਼ਾਹ ਇਹ ਕਿਉਂ, ਇਹ ਕਿਉਂ? ਕਹਿੰਦੇ ਜਿੰਨੇ ਹਕੀਮ ਹਕੀਮੀ ਵਾਲੀ ਵਰਦੀ ਪਾਈ ਹੋਵੇ, ਡਾਕਟਰੀ ਵਾਲੀ ਵਰਦੀ ਪਾਈ ਹੋਵੇ। ਡਾਕਟਰ ਸਾਹਿਬ ਤੁਹਾਡੀ ਕਥਾ ਆ ਗਈ ਹੈ, ਤੁਸੀਂ ਲੋਕਾਂ ਦੇ ਉਦੋਂ ਹਕੀਮ ਕਹਿੰਦੇ ਸੀ, ਹੁਣ ਡਾਕਟਰ ਕਹਿੰਦੇ। ਆਖੋ ਸਤਿਨਾਮ। ਕਹਿੰਦੇ ਮੇਰਾ ਮੋਢਾ ਜਿਹੜਾ ਅਰਥੀ ਨੂੰ, ਹੁਣ ਡਾਕਟਰ ਆ ਜਾਂਦੇ, ਉਦੋਂ ਦੇ ਹਕੀਮ ਹੁੰਦੇ ਸੀ, ਵੀ ਹਕੀਮ ਮੋਢਾ ਦੇਣ ਆਪਣੀ ਵਰਦੀ ਪਾ ਕੇ ਡਾਕਟਰੀ ਵਾਲੀ। ਕਹਿੰਦੇ ਜੀ ਉਹ ਕਿਉਂ? ਕਹਿੰਦੇ ਕਬਰਸਤਾਨ ਤੱਕ ਜਿਹੜੀ ਮੇਰੀ ਅਰਥੀ ਜਾਣੀ ਹੈ ਹਕੀਮ ਮੋਢਾ ਦੇਣ ਜੀ, ਉਹ ਕਿਉਂ? ਕਹਿੰਦੇ ਮੇਰੇ ਰਾਜ ਵਿੱਚ ਕਿਸੇ ਇੱਕ ਨੂੰ ਵੀ ਗਿਆਨ ਹੋ ਜੇ ਕਿ ਜਦੋਂ ਮੌਤ ਆਉਂਦੀ ਹੈ ਹਕੀਮਾਂ ਨੂੰ ਵੇਖ ਕੇ ਮੇਰੇ ਅਰਥੀ ਨੂੰ ਮੋਢਾ ਦੇ ਕੇ ਗਿਆਨ ਹੋ ਜੇ, ਉਦੋਂ ਹਕੀਮ ਵੀ ਕੁਛ ਨਹੀਂ ਕਰ ਸਕਦਾ। ਆਖੋ ਸਤਿਨਾਮ। ਦੂਜਾ ਉਹਨੇ ਕਿਹਾ ਵੀ ਜਿਹੜੇ ਰਸਤੇ 'ਚੋਂ ਮੇਰੀ ਅਰਥੀ ਜਾਣੀ ਹੈ ਨਾ, ਉਸ ਰਸਤੇ ਵਿੱਚ ਮਾਇਆ ਖਿਲਾਰ ਦਿਓ। ਇੰਜ ਮਾਇਆ ਖਿਲਾਰ ਕੇ ਉੱਥੋਂ ਮੇਰੀ ਅਰਥੀ ਜਾਵੇ। ਉਹ ਕਹਿੰਦੇ ਜੀ ਉਹ ਕਿਉਂ? ਕਹਿੰਦੇ ਮੇਰੇ ਰਾਜ ਦੇ ਕਿਸੇ ਇੱਕ ਵਿਅਕਤੀ ਨੂੰ ਵੀ ਗਿਆਨ ਹੋ ਜੇ ਕਿ ਜਦੋਂ ਮੌਤ ਆਉਂਦੀ ਹੈ, ਅੱਜ ਇਹਨੂੰ ਸਾਰੀ ਜ਼ਿੰਦਗੀ ਇਕੱਠਾ ਕੀਤਾ, ਇਹ ਵੀ ਬਚਾ ਨਹੀਂ ਸਕਦੀ। ਆਖੋ ਸਤਿਨਾਮ। ਇਹ ਵੀ ਬਚਾ ਨਹੀਂ ਸਕਦੀ। ਤੀਜਾ ਉਹਨੇ ਕਿਹਾ ਜੀ ਮੇਰੇ ਦੋਵੇਂ ਹੱਥ ਅਰਥੀ ਚੋਂ ਬਾਹਰ ਕੱਢ ਦੇ। ਸਿਕੰਦਰ ਨੇ 3 ਗੱਲਾਂ ਕਹੀਆਂ ਸੀ ਵੀ ਅਰਥੀ ਵੇਲੇ ਮੇਰੇ ਦੋਵੇਂ ਹੱਥ ਇੰਜ ਬਾਹਰ ਆਉਣ। ਉਹ ਕਹਿੰਦੇ ਜੀ ਉਹ ਕਿਉਂ? ਕਹਿੰਦੇ ਇੱਕ ਨਿੱਕੇ ਜਿਹੇ ਬੱਚੇ ਨੂੰ ਵੀ ਗਿਆਨ ਹੋ ਗਿਆ ਨਾ ਮੇਰੇ ਵਿਵਾਨ ਨੂੰ ਵੇਖ ਕੇ ਕਿ ਐਡਾ ਵੱਡਾ ਸਿਕੰਦਰ ਵੀ ਖਾਲੀ ਹੱਥ ਜਾ ਰਿਹਾ, ਤੇ ਕਿਉਂ ਨਾ ਨਾਲ ਜਾਣ ਵਾਲੀ ਵਸਤੂ ਦਾ ਵਪਾਰ ਕਰੀਏ। ਕਹਿੰਦੇ ਇੱਕ ਨੂੰ ਵੀ ਗਿਆਨ ਹੋ ਗਿਆ ਮੇਰਾ ਦਰਗਾਹ 'ਚ ਭਲਾ ਹੋ ਜਾਏ। ਧਨ ਦਾਰਾ ਸੰਪਤ ਸਗਲ, ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰਮਾਨ, ਆਪਣੀ ਕਰਮਾਨ। ਓ ਇਨ ਮੈਂ ਕਛ ਸੰਗੀ ਨਹੀਂ, ਇਨ ਮੈਂ ਕਛ ਸੰਗੀ ਨਹੀਂ, ਇਨ ਮੈਂ ਕਛ ਸੰਗੀ ਨਹੀਂ, ਇਨ ਮੈਂ ਕਛ ਸੰਗੀ ਨਹੀਂ। ਨਾਨਕ ਸਾਚੀ ਜਾਨ, ਨਾਨਕ ਸਾਚੀ ਧਨ ਦਾਰਾ ਸੰਪਤ ਸਗਲ, ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰਮਾਨ, ਇਨ ਮੈਂ ਕਛ ਸੰਗੀ ਨਹੀਂ,
इनमें कछ संगी, इनमें कछ संगी नहीं। पुराने समय च ਲੱਖ ਰੁਪਇਆ ਕਿਸੇ ਕਿਸੇ ਕੋ ਹੁੰਦਾ ਸੀ। ਲਾਹੌਰ ਦੇ ਵਿੱਚ ਹੋਇਆ ਜੀ ਦੁਨੀ ਚੰਦ। ਵਡਿਆਈ ਦਾ ਇੰਨਾ ਭੁੱਖਾ ਸੀ, ਆਪਣੇ ਚੁਬਾਰੇ ਤੇ 7 ਝੰਡੇ ਲਾਏ ਸੀ। 7 ਉਹ 7 ਝੰਡਿਆਂ ਦਾ ਮਤਲਬ ਸੀ ਵੀ ਮੈਂ 7 ਲੱਖ ਦਾ ਮਾਲਕ। ਆਖੋ ਸਤਨਾਮ। ਇੱਕ ਹੋਵੇ ਤੇ 1 ਲੱਖ 2 ਇੰਜ। ਗੁਰੂ ਨਾਨਕ ਨੂੰ ਤਰਸ ਆ ਗਿਆ। ਥੋੜੀ ਜੀ ਕਥਾ ਦੂਜੇ ਪਾਸੇ ਜਾਂਦੀ, ਉਹ ਵੀ ਸੁਣ ਲਓ। ਇਹਨੇ ਪਿਤਾ ਦਾ ਸਰਾਧ ਕੀਤਾ, ਮੈਂ ਆਪਣੇ ਪਿਤਾ ਦਾ ਸਰਾਧ ਕਰਨਾ, ਭੋਜਨ ਛਕਾਉਣਾ। ਇਹਨੂੰ ਪਤਾ ਲੱਗਾ ਗੁਰੂ ਨਾਨਕ ਸਾਹਿਬ ਆਏ, ਕਹਿੰਦਾ ਉਹਨਾਂ ਨੂੰ ਵੀ ਬੁਲਾਵਾਂ। ਜਾ ਕੇ ਬੇਨਤੀ ਕੀਤੀ, ਮਹਾਰਾਜ ਆਓ। ਮਹਾਰਾਜ ਆ ਗਏ। ਆ ਬੜਾ ਰੌਣਕ ਮੇਲਾ ਲੱਗਾ ਭਾਈ। ਕਹਿੰਦਾ ਜੀ ਮੇਰੇ ਪਿਤਾ ਦਾ ਸ਼ਰਾਧ ਹੈ, ਅੱਜ ਮੈਂ ਸਾਰਿਆਂ ਨੂੰ ਛਕਾਇਆ, ਪ੍ਰਸ਼ਾਦ ਭੋਜਨ ਕਰਾਇਆ। ਆਏ ਗੁਰੂ ਨਾਨਕ। ਗੁਰੂ ਨਾਨਕ ਕਹਿੰਦੇ ਤੇਰੇ ਪਿਤਾ ਨੂੰ ਪਹੁੰਚ ਗਿਆ। ਆਖੋ ਸਤਿਨਾਮ। ਤੇਰੇ ਪਿਤਾ ਜੀ ਨੂੰ ਪਹੁੰਚ ਗਿਆ। ਕਹਿੰਦਾ ਜੀ ਇਹ ਨਹੀਂ ਪਤਾ ਮੈਨੂੰ, ਇਹ ਨਹੀਂ ਪਤਾ। ਮਹਾਰਾਜ ਕਹਿੰਦੇ ਤੇਰਾ ਪਿਤਾ ਬਘਿਆੜ ਦੀ ਜੂਨ ਵਿੱਚ 3 ਦਿਨ ਤੋਂ ਭੁੱਖਾ ਬੈਠਾ। ਕਹਿ ਦਿਓ ਗੱਜ ਕੇ ਸਤਿਨਾਮ। ਘਟ ਘਟ ਕੇ ਅੰਤਰ ਕੀ ਜਾਣਤ, ਘਟ ਘਟ ਕੇ ਅੰਤਰ ਕੀ ਜਾਣਤ। ਭਲਤ ਬੁਰੇ ਕੀ ਪੀਰ ਪਛਾਨਤ, ਭਲੇ ਬੁਰੇ ਕੀ ਪੀਰ ਪਛਾਨਤ। ਘਟ ਘਟ ਕੇ ਅੰਤਰ ਕੀ ਜਾਣਤ, ਅੰਤਰ ਕੀ ਜਾਣਤ। ਭਲੇ ਬੁਰੇ ਕੀ ਪੀਰ ਪਛਾਨਤ। ਇਤਿਹਾਸ ਹੈ। ਮਹਾਰਾਜ ਨੇ ਇੰਜ ਕੜਾ ਪ੍ਰਸ਼ਾਦ ਦਿੱਤਾ ਬਣਵਾ ਕੇ। ਕਹਿੰਦੇ ਇੱਥੋਂ 5 ਕੋਹ ਤੇ ਚਲਾ ਜਾ, ਝਾੜੀਆਂ ਦੇ ਮਗਰ ਬਘਿਆੜ, ਡਰੀ ਨਾ, ਅਸੀਂ ਭੇਜ ਰਹੇ ਹਾਂ ਤੈਨੂੰ। ਉਹਦੇ ਸਾਹਮਣੇ ਚਲੀ ਜਾਈ। ਉਹ 3 ਦਿਨ ਤੋਂ ਭੁੱਖਾ ਹੈ। ਆ ਪ੍ਰਸ਼ਾਦ ਛਕਾਈ। ਉਹ ਫਿਰ ਸਰੀਰ ਤਿਆਗ ਕੇ ਦਰਗਾਹ ਨੂੰ ਜਾਏਗਾ ਤੇ ਤੇਰੇ ਨਾਲ ਗੱਲ ਵੀ ਕਰਕੇ ਜਾਏਗਾ। ਮੈਂ ਛੋਟਾ ਕਰ ਰਿਹਾ। ਉਹ ਗਿਆ ਜੀ ਝਾੜੀਆਂ 5 ਕੋਹ ਤੇ ਝਾੜੀਆਂ ਮਗਰ ਝਾੜ। ਉਸੇ ਤਰ੍ਹਾਂ ਫਿਰ ਉਹਨੇ ਬਰਤਨ 'ਚ ਰੱਖਤਾ, ਉਹਨੇ ਖਾਧਾ। ਜਦੋਂ ਖਾਧਾ ਤੇ ਫਿਰ ਉਹ ਗੁਰੂ ਨਾਨਕ ਦੀ ਫਿਰ ਭੇਜੀ ਦਾਤ ਸੀ। ਫਿਰ ਆਖਿਆ ਬੇਟਾ ਵਾਕਈ ਮੈਂ 3 ਦਿਨ ਤੋਂ ਭੁੱਖਾ। ਉਹ ਦੁਨੀ ਚੰਦ ਕਹਿੰਦਾ ਜੀ ਤੁਸੀਂ ਤੇ ਬੜੇ ਧਰਮਾਤਮਾ ਸੀ, ਤੁਸੀਂ ਬਘਿਆੜ ਦੀ ਜੂਨ ਕਿਵੇਂ ਪਾ ਲਈ? ਫਿਰ ਉਹਨੇ ਆਖਿਆ ਵੀ ਜਦੋਂ ਮੈਂ ਸਰੀਰ ਤਿਆਗਣ ਲੱਗਾ ਹਾਂ ਤੇ ਕਿਸੇ ਜਗ੍ਹਾ ਤੇ ਮਾਸ ਬਣ ਰਿਹਾ ਸੀ, ਉਹਦੀ ਖੁਸ਼ਬੂ ਆਈ ਹੈ। ਵੇਖ ਲਓ ਅੰਤ ਵੇਲੇ ਜਿੱਧਰ ਧਿਆਨ ਜਾਏਗਾ ਜੂਨ ਉਹ ਮਿਲੇਗੀ। ਜਿੱਧਰ ਉਹ ਕਹਿੰਦਾ ਮਾਸ ਰਿੰਨਿਆ ਜਾ ਰਿਹਾ ਸੀ ਤੇ ਉਹਦੀ ਖੁਸ਼ਬੂ ਹੀ ਆਈ ਹੈ ਤੇ ਮੇਰੇ ਮਨ 'ਚ ਆਇਆ ਵੀ
ਮਾਸ ਖਾਈਏ ਤੇ ਖੀਲਾ ਸਵਾਸ ਨਿਕਲ ਪਿਆ ਤੇ ਮੈਨੂੰ ਬਘਿਆੜ ਦੀ ਜੂਨ ਮਿਲੀ ਰੱਜ ਕੇ ਮਾਸ ਖਾ। ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਸਰਪ ਜੋਨ ਵਲ ਵਲ ਉਤਰੇ। ਹਾਂ ਭਗਤ ਲੋਚਨ ਜੀ ਦਾ ਸ਼ਬਦ ਹੈ, ਉਹਦੇ ਚ ਖੀਰਲੇ ਵੇਲੇ ਜਿੱਧਰ ਧਿਆਨ ਹੋਵੇ ਉਹਦੀਆਂ ਜੂਨਾਂ ਦੱਸੀ ਨੇ। ਅੰਤ ਵੇਲੇ ਮਾਇਆ ਵੱਲ ਧਿਆਨ ਚੱਲ ਗਿਆ ਤੇ ਸੱਪ ਦੀ ਜੂਨ। ਅੰਤ ਕਾਲ ਜੋ ਲੜਕੇ ਸਿਮਰੇ, ਟਾਈਮ ਹੀ ਬਚਾਣਾ ਵੀ ਦੂਰ ਦੂਰ ਜਾਣਾ। ਅੰਤ ਵੇਲੇ ਬੱਚਿਆਂ 'ਚ ਧਿਆਨ ਚਲਾ ਗਿਆ ਤੇ ਸੂਰ ਦੀ ਜੂਨ। ਅੰਤ ਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੇ ਮਰੇ ਸੁਕਰ ਜੋਨ ਵਲ ਵਲ ਉਤਰੇ। ਅੰਤ ਕਾਲ ਜੋ ਮੰਦਰ ਸਿਮਰੇ ਮਕਾਨਾਂ 'ਚ ਬਿਰਤੀ ਚਲ ਗਈ ਐਸੀ ਚਿੰਤਾ ਮੈਂ ਜੇ ਮਰੇ ਪ੍ਰੇਤ ਜੋਨ ਵਲ ਵਲ ਉਤਰੇ। ਉਹ ਪ੍ਰੇਤ ਬਣਦਾ। ਆਖੋ ਸਤਿਨਾਮ। ਆਪਾਂ ਕਿਹੜੀ ਪੜ੍ਹਾਈ ਕਰਨੀ ਹੈ? ਅੰਤ ਕਾਲ ਨਾਰਾਇਣ ਸਿਮਰੈ ਅੰਤ ਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੇ ਬਦਤ ਤਰਲੋਚਨ ਤੇ ਨਰ ਮੁਕਤਾ ਪੈਤੰਬਰ ਵਾਂਕੇ ਹਿਰਦੇ ਬਸੇ। ਬਦਤ ਤਰਲੋਚਨ ਤੇ ਨਰ ਮੁਕਤਾ ਪੈਤੰਬਰ ਵਾਂਕੇ ਅੰਤ ਕਾਲ ਨਾਰਾਇਣ ਸਿਮਰੈ ਐਸੇ ਗੁਰ ਕੋ ਵਲ ਵਲ ਜਾਈਏ। ਐਸੇ ਗੁਰ ਕੋ ਵਲ ਵਲ ਜਾਈਏ। ਤੁਸੀਂ ਬੜੇ ਭਲੇ ਕਰਮ ਕਰਦੇ ਸੀ। ਬਘਿਆੜ ਦੀ ਜੂਨ ਕਿਵੇਂ? ਧਰਮਾਤਮਾ ਸੀ, ਕਹਿੰਦੇ ਮੇਰੇ ਖੀਰਲੇ ਵੇਲੇ ਵਾਸ਼ਨਾ ਇੱਧਰ ਚਲੀ ਗਈ ਵੀ ਮਾਸ ਬਣਦਾ ਪਿਆ ਸੀ, ਉਹਦੀ ਖੁਸ਼ਬੂ ਆ ਗਈ, ਉਹ ਖਾਵਾਂ ਤੇ ਮੈਨੂੰ ਬਘਿਆੜ ਦਾ ਜਨਮ ਪ੍ਰਾਪਤ ਹੋਇਆ। ਹੁਣ ਅਗਲੀ ਗੱਲ ਸੁਣਿਓ। ਉਹ ਬਘਿਆੜ ਪਿਤਾ ਦੇ ਰੂਪ ਵਿੱਚ ਗੁਰੂ ਨਾਨਕ ਦੀ ਕਿਰਪਾ ਨਾਲ ਗੱਲ ਕਰ ਰਿਹਾ ਹੈ ਕਿ ਇਹ ਪੁੱਤਰ ਤੇਰੇ ਘਰ ਜਿਹੜੇ ਗੁਰੂ ਨਾਨਕ ਸਾਹਿਬ ਆਏ ਨੇ ਇਹ ਪੂਰਨ ਪੁਰਖ ਨੇ, ਉਹਨਾਂ ਦਾ ਸਦਕਾ ਮੇਰਾ ਉਧਾਰ ਹੋਇਆ। ਹੁਣ ਮੈਂ ਜਾ ਰਿਹਾ ਬੈਕੋਂ, ਉਹਨਾਂ ਦਾ ਲੜ ਨਾ ਛੱਡੀ, ਉਹਨਾਂ ਦੇ ਬਚਨ ਮੰਨੀ। ਤੇਰੇ ਘਰ ਪੂਰਨ ਪੁਰਸ਼ ਆਇਆ, ਸਭ ਤੇ ਵੱਡਾ, ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰ, ਸਭ ਤੇ ਵੱਡਾ, ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ, ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ, ਸਭ ਤੇ ਵੱਡਾ ਸਤਿਗੁਰ ਨਾਨਕ। ਬੋਲੋ ਸਭ ਤੇ ਸਭ ਤੇ ਜਨ ਕਲ ਰਾਖੀ। ਇਹ ਪੂਰਨ ਪੁਰਸ਼ ਹੈ, ਉਹ ਸਰੀਰ ਤਿਆਗ ਦਿੱਤਾ। ਹੁਣ ਪੂਰੀ ਸ਼ਰਧਾ ਵੱਜ ਗਈ। ਹੁਣ ਜਿਹੜੀ ਗੱਲ ਆਪਾਂ ਆਣੀ ਹੈ ਨਾ ਉੱਥੇ ਧਨਦਾਰਾ ਸੰਪਤ। ਜਦੋਂ ਵਾਪਸ ਆਇਆ ਤੇ ਮੱਥਾ ਟੇਕਿਆ, ਮਹਾਰਾਜ ਹੁਣ ਤੁਸੀਂ ਜੋ ਕਹੋਗੇ ਮੈਂ ਕਰਾਂਗਾ। ਸ਼ਾਹੂਕਾਰ ਨੂੰ ਮੋੜਨਾ ਕਿਹੜਾ ਸੌਖਾ ਕੰਮ ਹੈ। ਉਸ ਵੇਲੇ ਦਾ 7 ਝੰਡੇ ਲੱਗੇ, 7 ਲੱਖ। ਤੇ ਮਹਾਰਾਜ ਜੀ ਨੇ ਨਾ ਇੱਕ ਸੂਈ ਦਿੱਤੀ, ਜਿਹੜਾ ਹੁਣ ਟੌਪਿਕ ਚੱਲ ਰਿਹਾ ਧਨਦਾਰਾ ਸੰਪਤ। ਇੰਜ ਸੂਈ ਦੇ ਕੇ ਕਹਿੰਦੇ ਸਾਡਾ ਫਿਰ ਇਹ ਕੰਮ ਕਰ, ਇਹ ਸੂਈ ਸੰਭਾਲ ਲੈ, ਅਸੀਂ ਦਰਗਾਹ 'ਚ ਤੇਰੇ ਕੋਲ ਲਵਾਂਗੇ। ਆਖੋ ਸਤਿਨਾਮ। ਸੂਈ ਘਰ ਲੈ ਗਿਆ, ਵੋਟੀ ਨੂੰ ਕਹਿੰਦਾ ਵੀ ਗੁਰੂ ਨਾਨਕ ਮਹਾਰਾਜ ਆਏ, ਉਹਨਾਂ ਸੂਈ ਦਿੱਤੀ ਹੈ ਤੇ
ਕਹਿੰਦੇ ਉੱਥੇ ਲਵਾਂਗੇ। ਵੋਟੀ ਕਹਿੰਦੀ ਉਹ ਪੂਰਨ ਪੁਰਸ਼ ਨੇ, ਝੂਠਾ ਵਾਦਾ ਨਾ ਕਰੋ, ਉੱਥੇ ਕੁਝ ਨਹੀਂ ਜੇ ਜਾਂਦਾ ਨਾਲ, ਆਪਾਂ ਕਿਵੇਂ ਦੇਵਾਂਗੇ ਸੂਈ ਉੱਥੇ, ਵਾਪਸ ਕਰ ਦਿਓ। ਹੁਣ ਜਦੋਂ ਅਗਲੇ ਦਿਨ ਫੇਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ, ਕਹਿੰਦਾ ਮਹਾਰਾਜ ਸੂਈ ਲੈ ਲਓ। ਮੈਂ ਕਿਵੇਂ ਦਰਗਾਹ 'ਚ ਦਿਆਂਗਾ? ਮਹਾਰਾਜ ਕਹਿੰਦੇ ਵੀ ਤੂੰ ਸਾਡਾ ਇੰਨਾ ਕੰਮ ਨਹੀਂ ਕਰ ਸਕਦਾ, ਸੂਈ ਰੱਖ ਲੈ ਦਰਗਾਹ 'ਚ, ਅਸੀਂ ਤੇਰੇ ਕੋਲ ਲੈ ਲਾਂਗੇ। ਕਹਿੰਦਾ ਜੀ ਨਾਲ ਤੇ ਕੁਝ ਜਾਂਦਾ ਨਹੀਂ, ਮੈਂ ਸੂਈ ਕਿਵੇਂ ਖੜਾਂਗਾ? ਬਸ ਮਹਾਰਾਜ ਨੇ ਭਾਂਡਾ ਤਿਆਰ ਕਰ ਲਿਆ। ਜਦੋਂ ਕਹਿੰਦਾ ਨਾ ਮਹਾਰਾਜ ਨਾਲ ਤੇ ਕੁਝ ਜਾਂਦਾ ਨਹੀਂ, ਮੈਂ ਸੂਈ ਕਿਵੇਂ ਖੜਾਂਗਾ? ਤੇ ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਐਡੇ ਮਾਇਆ ਦੇ ਅੰਬਾਰ ਇਕੱਠੇ ਕਰਕੇ ਬੈਠਾ, ਇਹ ਕਿਵੇਂ ਨਾਲ ਖੜੇਗਾ? ਤੀਰ ਮਾਰਦਾ। ਧਨ ਦਾਰਾ ਸੰਪਤ ਸਗਲ, ਧਨ ਦਾਰਾ ਜਿਨੇ ਆਪਣੀ ਕਰ ਮਾਣ, ਜਿਨੇ ਆਪਣੀ ਕਰ ਮਾਣ, ਜਿਨੇ ਆਪਣੀ ਕਰ ਮਾਣ, ਜਿਨੇ ਆਪਣੀ ਕਰ ਮਾਣ। ਉਹ ਇਨ ਮੈਂ ਕਛ ਸੰਗੀ ਨਹੀਂ, ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ, ਨਾਨਕ ਸਾਚੀ ਜਾਨ, ਨਾਨਕ ਸਾਚੀ ਜਾਨ, ਨਾਨਕ ਸਾਚੀ ਜਾਨ, ਨਾਨਕ ਸਾਚੀ ਜਾਨ। ਗੁਰੂ ਨਾਨਕ ਮਹਾਰਾਜ ਨੇ ਜੀ ਜਿਹੜੀ ਉਸ ਵੇਲੇ ਗੱਲ ਕਹੀ ਉਹ ਸੁਣ ਲਓ। ਮਹਾਰਾਜ ਨੇ ਦੁਨੀ ਚੰਦ ਨੂੰ ਇਹ ਆਖਿਆ, ਗੁਰ ਭਨੇ, ਭਨੇ ਦਾ ਅਰਥ ਹੈ ਬੋਲੇ, ਗੁਰ ਭਨੇ ਸੁਣੀਏ ਦੇ ਚੀਤਾ, ਚਿੱਤ ਲਾ ਕੇ ਸੁਣ ਸਾਡੀ ਗੱਲ। ਇਸ ਪ੍ਰਾਣੀ ਕੇ तीनों मीता, दर्भ माया, परिवार, कर्म लख लीजे, जस संगी तस दशा सुनीजे। श्री गुरप्रताप सूरज ग्रंथ। गुरु नानक महाराज कहते ये धन नूं भले लई वरत, ਉਹ ਭਲੇ ਲਈ ਵਰਤਣ ਤੋਂ ਬਾਅਦ ਜਿਹੜੇ ਤੇਰੇ ਚੰਗੇ ਕਰਮ ਬਣਨਗੇ ਨਾ, ਉਹ ਨਾਲ ਜਾਣਗੇ। ਆਖੋ ਸਤਿਨਾਮ। ਧਨ ਨਹੀਂ ਜਾਂਦਾ, ਉਹ ਧਨ ਨੂੰ ਜਦੋਂ ਭਲੇ ਲਈ ਵਰਤਦੇ ਹੋ, ਪਰਉਪਕਾਰ ਲਈ ਵਰਤਦੇ ਹੋ, ਉਹ ਕਰਮ ਭਲੇ ਬਣਾ ਕੇ ਉਹ ਕਰਮ ਭਲੇ ਨਾਲ ਜਾਂਦੇ। ਕਹਦੇ ਹੋ ਗੱਜ ਕੇ ਸਤਿਨਾਮ। ਚਿਤ ਨਾਮ ਚਲਾ, ਉਹ ਨਾਲ ਜਾਂਦਾ। ਤੀਜਾ ਭਜਨ ਮਹਾਰਾਜ ਨੇ ਕੀਤਾ, ਸਤ ਸੰਗਤ ਕਰਿਆ ਕਰ, ਮਾੜੀਆਂ ਇਛਾਵਾਂ ਤੋਂ ਬਚਿਆ ਰਹੇਗਾ। ਚੌਥਾ ਭਜਨ ਮਹਾਰਾਜ ਨੇ ਕੀਤਾ, ਵਿਕਾਰ ਛੱਡ ਦੇ। ਆਖੋ ਸਤਿਨਾਮ। ਕਹਿੰਦੇ ਉਹ ਦੁਨੀ ਚੰਦ ਜਿਹਦੇ ਅੰਦਰ ਹੰਕਾਰ ਭਰਿਆ ਪਿਆ ਸੀ, 7 ਝੰਡੇ ਵੀ ਮੇਰੇ ਵਰਗਾ ਕੋਈ ਨਹੀਂ, ਆਪਣੇ ਘਰ ਨੂੰ ਧਰਮਸਾਲ ਬਣਾਤਾ। ਕਹਿ ਦਿਓ ਗੱਜ ਕੇ ਸਤਿਨਾਮ। ਮਹਾਰਾਜ ਕਹਿੰਦੇ ਪਤਨੀ ਵੀ ਨਾਲ ਨਹੀਂ ਜਾਂਦੀ, ਧਨ ਵੀ ਨਹੀਂ ਜਾਂਦਾ, ਜਾਇਦਾਦ ਵੀ ਨਹੀਂ ਜਾਂਦਾ, ਭਲੇ ਕਰਮ ਨਾਲ ਜਾਂਦੇ। ਆਖੋ ਸਤਿਨਾਮ। ਚੰਗੇ ਕੰਮ, ਭਲੇ ਕੰਮ। ਹੁਣ ਮੈਂ ਸਾਰੇ ਬਾਕੀ ਦੇ ਅਰਥ ਇਕਸਾਰ ਥੋੜੀ ਇੱਕ ਪੰਕਤੀ ਤੇ ਡਿਟੇਲ ਲੈ ਲਈਦੀ ਹੈ ਵੀ ਗੱਲ ਅੰਦਰ ਵਸ ਜਾਵੇ। ਗੁਰੂ ਤੇਗ ਬਹਾਦਰ ਜੀ ਕਹਿੰਦੇ, ਧਨ ਦਾਰਾ ਸੰਪਤ ਸਗਲ, ਜਿਨੇ ਆਪਣੀ ਕਰ ਮਾਨ, ਇਨ ਮੈਂ ਕਛ ਸੰਗੀ ਨਹੀਂ, ਨਾਨਕ ਸਾਚੀ ਜਾਨ, ਇਨ ਮੈਂ ਕਛ ਸੰਗੀ ਨਹੀਂ। ਛੇਵਾਂ ਸ਼ਲੋਕ।
ਪਤਿਤ ਉਦਾਹਰਣ ਭੈ ਹਰਣ ਹਰ ਅਨਾਥ ਕੇ ਨਾਥ ਪਤਿਤ ਉਦਾਹਰਣ ਭੈ ਹਰਣ ਹਰ ਅਨਾਥ ਕੇ ਨਾਥ ਪਤਿਤ ਉਦਾਹਰਣ ਭੈ ਹਰਣ ਹਰ ਅਨਾਥ ਕੇ ਕਉ ਨਾਨਕ ਤੈ ਜਾਨੀਐ ਸਦਾ ਬਸਤ ਤੁਮ ਸਾਧ ਕਉ ਨਾਨਕ ਸਦਾ ਬਸਤ ਤੁਮ ਸਾਧ ਪਤਿਤ ਉਦਾਹਰਣ ਭੈ ਹਰਨ ਪਤਿਤ ਉਦਾਹਰਣ ਪੈ ਹਰਨ। ਉਹ ਸੁਣਦੇ ਹੋ ਨਾ ਤੁਸੀਂ। ਬੇਸ਼ੱਕ ਤੇਰੇ ਪਾਪ ਬਹੁਤ ਨੇ ਪਰ ਗੁਰੂ ਸਾਹਿਬ ਦੀ ਬਾਣੀ ਪਰਮੇਸ਼ਰ ਦਾ ਨਾਮ ਤੇਰੇ ਪਾਪਾਂ ਤੋਂ ਵੱਡਾ ਹੈ। ਉਹ ਪਾਪਾਂ ਨੂੰ ਮੁਕਾਉਣ ਵਾਲਾ ਹੈ। ਉਹ ਪਤਿਤ ਨੂੰ ਉਧਾਰਨ ਵਾਲਾ ਹੈ। ਭੈ ਹਰਣ ਡਰ ਨੂੰ ਹਰਨ ਵਾਲਾ ਹੈ। ਹਰ ਅਨਾਥ ਕੇ ਨਾਥ ਅੰਦਰੋਂ ਅਨਾਥ ਬਣ ਜਾ ਮੇਰਾ ਕੋਈ ਨਹੀਂ। ਉਹ ਉਹਨਾਂ ਦਾ ਨਾਥ ਹੈ ਜਿਹੜੇ ਅੰਦਰੋਂ ਅਨਾਥ ਬਣ ਜਾਂਦੇ। ਕਹੋ ਨਾਨਕ ਤੈਂ ਜਾਨੀਏ ਸਦਾ ਬਸਤ ਤੁਮ ਸਾਧ। ਗੁਰੂ ਤੇਗ ਬਹਾਦਰ ਜੀ ਕਹਿੰਦੇ ਐ ਜ਼ਿੰਦਗੀ ਵਿੱਚ ਇਹੋ ਜਿਹਾ ਸੁਭਾਅ ਬਣਾ ਮੇਰਾ ਗੁਰੂ ਹਰ ਵੇਲੇ ਮੇਰੇ ਨਾਲ ਹੈ। ਆਖੋ ਸਤਿਨਾਮ। ਕਹੋ ਨਾਨਕ ਤੈਂ ਜਾਨੀਏ ਸਦਾ ਬਸਤ ਤੁਮ ਸਾਧ। ਤੇਰੇ ਕੋਲ ਹੈ ਅੰਗ ਸੰਗ ਹੈ। ਆਹਾ ਭਾਈ ਦਇਆ ਸਿੰਘ ਜੀ ਨੇ ਇੱਕ ਗੱਲ ਕਹੀ। ਇਹ ਜਦੋਂ ਮਹਾਰਾਜ ਕਿਲਾ ਛੱਡਿਆ ਤੇ ਚਮਕੌਰ ਦੀ ਜੰਗ ਤੋਂ ਬਾਅਦ ਜਦੋਂ ਨੰਗੇ ਪੈਰੀ ਇੱਕ ਟਾਈਮ ਆਇਆ ਤਿੰਨ ਸਰੀਰ ਗੁਰੂ ਗੋਬਿੰਦ ਸਿੰਘ ਜੀ, ਭਾਈ ਦਇਆ ਸਿੰਘ ਜੀ ਤੇ ਭਾਈ ਮਾਨ ਸਿੰਘ ਸੀ ਜਾਂ ਭਾਈ ਧਰਮ ਸਿੰਘ ਸੀ, ਮੈਨੂੰ ਭੁੱਲ ਗਿਆ ਉਹਨਾਂ ਦੋਵਾਂ ਚੋਂ ਇੱਕ। ਤੇ ਭਾਈ ਦਇਆ ਸਿੰਘ ਕਹਿੰਦੇ ਮਹਾਰਾਜ ਅੱਜ ਆਪਾਂ ਤਿੰਨ ਹੀ ਆ, ਅੱਜ ਆਪਾਂ ਤਿੰਨ ਹੀ ਆ। ਸਾਰੇ ਬੰਨੇ ਸਾਨੂੰ ਲੱਭ ਰਹੇ ਐ ਏਡਾ ਤਕੜਾ ਲੱਖਾਂ ਦੀ ਫੌਜ। ਗੁਰੂ ਗੋਬਿੰਦ ਸਿੰਘ ਹੱਸ ਪਏ ਕਹਿੰਦੇ ਦਇਆ ਸਿੰਘ ਤਿੰਨ ਨਹੀਂ ਚਾਰ ਆ। ਆਖੋ ਸਤ। ਇਹ ਅਵਸਥਾ ਹੈ ਕਿ ਸੁਣਿਓ ਤਿੰਨ ਨਹੀਂ ਚਾਰ ਆ। ਕਹਿੰਦੇ ਜੀ ਤਿੰਨ। ਗੁਰੂ ਗੋਬਿੰਦ ਸਿੰਘ ਕਹਿੰਦੇ ਨਹੀਂ ਦਇਆ ਸਿੰਘ ਜੀ ਉਹ ਪਰਮੇਸ਼ਰ ਵੀ ਸਾਡੇ ਨਾਲ ਏ, ਉਹ ਕੋਲ ਹੈ। ਤੇ ਭਾਈ ਦਇਆ ਸਿੰਘ ਜੀ ਪਰਮੇਸ਼ਰ ਜਿਹਦੇ ਨਾਲ ਹੋਵੇ ਵੱਡੀਆਂ ਵੱਡੀਆਂ ਤਾਕਤਾਂ ਵੀ ਕੁਝ ਨਹੀਂ ਕਰ ਸਕਦੀਆਂ। ਸੱਚ ਤੇ ਚੱਲ ਰਹੇ ਹੋਈਏ ਫਿਰ ਪਰਮੇਸ਼ਰ ਨਾਲ ਹੋਵੇ। ਚੌਥਾ ਪਰਮੇਸ਼ਰ ਨਾਲ ਹੈ। ਆਖੋ ਸਤਿਨਾਮ। ਇੱਕ ਅਵਸਥਾ ਹੈ ਮਹਾਰਾਜ ਕਹਿੰਦੇ ਪਤਿਤ ਉਦਾਹਰਣ ਭੈ ਹਰਣ ਹਰ ਅਨਾਥ ਕੇ ਨਾਥ ਕਹੋ ਨਾਨਕ ਤੈਂ ਜਾਨੀਏ ਇਹ ਜਾਣਿਆ ਕਰੀਏ ਸਦਾ ਬਸਤ ਤੁਮ ਸਾਥ। ਉਹ ਸਦਾ ਤੇਰੇ ਨਾਲ ਹੈ। ਇੱਕ ਹੋਰ ਵੀ ਸੁਣਦੇ ਹੋ ਨਾ ਤੁਸੀਂ ਕਿਉਂਕਿ ਵਿਸਾਖੀ ਦਾ ਪੁਰਬ ਵੀ ਮਨਾ ਰਹੇ ਆ। ਉਹ ਵੀ ਭਾਈ ਡੱਲਾ ਜੀ ਨੇ ਕਿਹਾ ਸੀ ਮਹਾਰਾਜ ਮੈਨੂੰ ਆਵਾਜ਼ ਦਿੰਦੇ ਇੰਨਾ ਕੁਝ ਹੋ ਗਿਆ ਇੰਨੇ ਸਿੰਘ ਸ਼ਹੀਦ ਕਰਾਤੇ ਸਾਹਿਬਜ਼ਾਦੇ ਮੈਨੂੰ ਆਵਾਜ਼ ਦਿੰਦੇ। ਉਹ ਕੀ ਕਿਹਾ ਸੀ ਜਰਾ ਗਾ ਕੇ ਪੜਿਓ। ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ। ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ। ਨਾ ਡੱਲਾ ਨਾ ਮੱਲਾ ਗੁਰੂ ਗੋਬਿੰਦ ਕੱਲਾ।
ਜਵਾਬ ਦਿੱਤਾ ਜੀ, ਗੋਬਿੰਦ ਕਦੇ ਨਾ ਕੱਲਾ, ਗੋਬਿੰਦ ਨਾਲ ਹੈ ਅੱਲਾ। ਓ ਗੋਬਿੰਦ ਕਦੇ ਨ ਕੱਲਾ, ਗੋਬਿੰਦ ਨਾਲ ਹੈ ਅੱਲਾ। ਜੀ ਗੋਬਿੰਦ ਕਦੇ ਨਾ ਕੱਲਾ, ਗੋਬਿੰਦ ਨਾਲ ਹੈ ਅੱਲਾ। ਗੋਬਿੰਦ ਕਦੇ ਨ ਕੱਲਾ, ਗੋਬਿੰਦ ਨਾਲ ਹੈ ਅੱਲਾ। ਵਾਹਿਗੁਰੂ। ਗੋਬਿੰਦ ਕਦੇ ਨਾ ਕੱਲਾ, ਗੋਬਿੰਦ ਨਾਲ ਹੈ ਅੱਲਾ। ਗੋਬਿੰਦ ਕਦੇ ਨਾ, ਗੁਰੂ ਗੋਬਿੰਦ ਸਿੰਘ ਆਪ ਹੀ ਅੱਲਾ ਨੇ। ਇਹ ਸਾਨੂੰ ਸਮਝਾਇਆ, ਸਾਨੂੰ ਸਿੱਖਿਆ ਦਿੱਤੀ ਹੈ, ਗੁਰੂ ਨੂੰ ਅੰਗ ਸੰਗ ਜਾਣ। ਇਹ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ 6ਵਾਂ ਸ਼ਲੋਕ, ਪਤਤ ਉਦਾਹਰਣ ਭੈ ਹਰਨ ਹਰ ਅਨਾਥ ਕੋ ਨਾਥ, ਕਹੋ ਨਾਨਕ ਤੈ ਜਾਨੀਏ ਸਦਾ ਬਸਤ ਤੁਮ ਸਾਥ। ਉਹ ਸਦਾ ਤੇਰੇ ਨਾਲ ਹੈ। 7ਵਾਂ ਸ਼ਲੋਕ, ਤਨ ਧਨ ਜੈ ਤੋਂ ਕੋ ਦਿਓ, ਤਾਂ ਸਿਉਨੇ ਹੋਣਾ ਕੀਨ। ਬਸ ਇਹਦੇ ਸ਼ਬਦੀ ਅਰਥ ਕਰਕੇ ਸਮਾਪਤੀ ਹੈ ਜੀ। ਤਨ ਧਨ ਜੈ ਤੋਂ ਕੋ ਦਿਓ, ਤਨ ਧਨ ਜੈ ਤੋਂ ਕੋ, ਤਾਂ ਸਿਉਨੇ ਹੋਣਾ ਕੀਨ, ਤਾਂ ਸਿਉਨੇ ਹੋਣਾ। ਤਨ ਧਨ ਜੈ ਤੋਂ ਕੋ ਦਿਓ, ਤਨ ਧਨ ਤਾਂ ਸਿਉਨੇ ਹੋਣਾ ਕੀਨ। ਕਉ ਨਾਨਕ ਨਰ ਬਾਵਰੇ, ਆਵ ਕਿਉ ਡੋਲਤ ਦੀਨ। ਨਾਨਕ ਨਰ ਬਾਵਰੇ, ਅਬ ਕਿਉਂ ਡੋਲੇ। ਇਹ ਗੱਲ ਬੜੀ ਘੁੰਡੀ ਵਾਲੀ ਜੇ, ਸੁਣਿਓ ਜ਼ਰੂਰ ਬਹਿ ਕੇ। ਘੁੰਡੀ ਕੀ ਹੈ? ਕਹਿੰਦੇ ਜਿੰਨੇ ਤਨ ਦੇ ਰੋਗਤਾ ਦਿੱਤੀ ਹੈ, ਜਿੰਨੇ ਧਨ ਦਿੱਤਾ, ਜਿੰਨੇ ਕਾਰਾਂ ਦਿੱਤੀਆਂ, ਜਿੰਨੇ ਕੋਠੀ ਦਿੱਤੀ ਹੈ, ਦੇਣ ਵਾਲੇ ਨਾਲ ਜੁੜ ਜਾ। ਆਖੋ ਸਤਿਨਾਮ। ਇਹ ਗੱਲ ਬੜੀ ਧਿਆਨ ਨਾਲ ਸੁਣਿਓ, ਜ਼ਰੂਰੀ। ਤਨ ਧਨ ਜੈ ਤੋਂ ਕੋ ਦਿਓ, ਤਾਂ ਸਿਓ ਨੇ ਹੋਣਾ ਕੀ, ਉਹਦੇ ਨਾਲ ਨਿਆਂ। ਆ 4 ਦਿਨ ਪਹਿਲੀ ਗੱਲ ਹੈ, ਪਤਾ ਨਹੀਂ ਕਿਹੜੇ ਇਲਾਕੇ ਸੀ ਆਪਾਂ, ਡੀਪ ਲੋਕ ਹੈ ਰਣਜੀਤ ਐਵਨਿਊ, ਤੇ ਉਹ ਮੈਨੂੰ ਇੱਕ ਸੱਜਣ ਕਹਿਣ ਲੱਗਾ ਜੀ, ਕਾਰ ਨਵੀਂ ਲਈ ਹੈ ਤੇ ਅਰਦਾਸ ਕਰ ਦਿਓ ਚਾਬੀ ਦੀ। ਦਾਸ ਨੇ ਜੀ ਉਹ ਚਾਬੀ ਫੜੀ ਤੇ ਮੈਂ ਸ਼ਸਤਰ ਨਾਲ ਲਾਈ, ਮੂੰਹ 'ਚ ਮੰਗਲਾਚਰਨ ਕੀਤਾ, ਮੂਲ ਮੰਤਰ ਜਪਿਆ, ਗੁਰਮੰਤਰ ਜਪਿਆ, ਹਾਜ਼ਰੀ ਲਾਈ। ਉਹਨੂੰ ਮੈਂ ਚਾਬੀ ਦਿੱਤੀ ਤੇ ਫਿਰ ਮੈਂ ਇਹ ਕਿਹਾ ਜੀ, ਮੈਂ ਕਿਹਾ ਮੈਨੂੰ ਪਤਾ ਨਹੀਂ 10 ਲੱਖ ਦੀ ਹੈ ਕਿ 12 ਦੀ ਹੈ ਕਿ 15 ਦੀ ਹੈ। ਮੈਂ ਕਿਹਾ ਜਿੰਨੇ ਲੱਖ ਦੀ ਹੈ ਨਾ 10 ਤੇ ਗੁਣਾ ਦੇ ਦੀ। ਆਖੋ ਸਤਿਨਾਮ। ਜਿੰਨੇ ਲੱਖ ਦੀ ਕਾਰ ਹੈ ਨਾ ਉਹਨੂੰ 10 ਤੇ ਗੁਣਾ ਦੇ ਦੇ। ਵੀ ਜੇ 15 ਲੱਖ ਦੀ ਕਾਰ ਹੈ ਤੇ 10 ਤੇ ਗੁਣਾ ਦੇ ਦੇ, 150 ਹੋ ਗਿਆ। ਠੀਕ ਹੈ ਜੀ। ਜੇ 10 ਲੱਖ ਦੀ ਤੇ 10 ਤੇ ਗੁਣਾ ਦੇ ਦੇ, 100 ਹੋ ਗਿਆ। ਮੈਂ ਕਿਹਾ ਵੀ ਜਿੰਨੇ ਲੱਖ ਦੀ ਲਈ ਹੈ ਨਾ 10 ਤੇ ਗੁਣਾ ਦੇ ਕੇ ਨਾ 15 ਦਿਨਾਂ 'ਚ ਉਹਨੇ ਜਪਜੀ ਸਾਹਿਬ ਦੇ ਪਾਠਾਂ ਦੀ ਹਾਜ਼ਰੀ ਲਾ ਲਈ। ਹਰ ਬੰਦੇ ਨੂੰ ਤੁਹਾਡੀ ਚੜ੍ਹਦੀ ਕਲਾ ਨਹੀਂ ਪਸੰਦ। ਤੁਸੀਂ ਕਹੋ ਸਾਰੇ ਮੇਰੇ ਤੇ ਖੁਸ਼ ਹੋਣ, ਨਹੀਂ। ਕਹਿੰਦੇ ਕੋਈ ਦਾਤ ਗੁਰੂ ਤੇਗ ਬਹਾਦਰ ਜੀ ਕਹਿੰਦੇ ਉਹ ਦਵੇ, ਉਹਦੇ ਨਾਲ ਉਹਦਾ ਨਿਹੋਂ ਵਧਾ, ਉਹਦਾ ਨੇਮ ਵਧਾ, ਕਿ ਤੈਨੂੰ ਜਿਹੜੀ ਦਾਤ ਮਿਲੀ ਏ ਉਹਨੂੰ ਵਾੜ ਲੱਗ ਜੇ।
ਤਨ ਧਨ ਜੈ ਤੋਂ ਕੋ ਦਿਓ ਤਾਂ ਸਿਓ ਨੇਹੋ ਨਾ ਕੀ। ਉਹਦੇ ਨਾਲ ਨਹੀਂ ਵਧਾ। ਆ ਇੱਕ ਸੱਜਣ ਨੇ ਮਕਾਨ ਬਣਾਇਆ 1.5-2 ਕਰੋੜ ਦਾ। ਮੈਨੂੰ ਕਹਿੰਦਾ ਗੱਜ ਵੱਜ ਕੇ ਮਹੂਰਤ ਕਰਨਾ। ਮੈਂ ਹੱਥ ਜੋੜੇ, ਮੈਂ ਕਿਹਾ ਭਾਈਆ ਸਾਲ 2 ਸਾਲ ਸਿੰਪਲ ਹੋ ਕੇ ਕੱਟ ਲੈ, ਆਖੋ ਸਤਨਾਮ। ਇਹ ਬੜੀਆਂ ਘੁੰਡੀਆਂ। ਮੈਂ ਕਿਹਾ 5-10 ਸਰੀਰ ਬੁਲਾ ਕੇ ਸੁਮਨੀ ਸਾਹਿਬ ਦਾ ਪਾਠ ਕਰਾ ਕੇ ਐਂਟਰੀ ਕਰ ਲਓ, ਵੱਡਾ ਪ੍ਰੋਗਰਾਮ ਨਹੀਂ ਕਰਨਾ। ਹਰ ਕੋਈ ਨਹੀਂ ਬਰਦਾਸ਼ਤ ਕਰਦਾ। ਫਿਰ ਸਾਲ 1.5 ਸਾਲ ਪਹਿਰਾ ਲਾਓ ਬਾਣੀ ਦਾ, ਇਹਨੇ ਪਾਠ ਜਪਜੀ ਸਾਹਿਬ। ਤੁਸੀਂ 10-20 ਲੱਖ ਦੀ ਜਗ੍ਹਾ ਤੇ ਰਹਿਣ ਵਾਲੇ ਅੱਜ 1.5-2 ਕਰੋੜ ਚ ਇੱਕਦਮ ਵੜਨ ਲੱਗੇ ਹੋ। ਇਹ ਦੁਨੀਆ ਸੰਸਾਰ ਹੈ, ਆਖੋ ਸਤਨਾਮ। ਇਹ ਗੱਲਾਂ ਗੁਰੂ ਤੇਗ ਬਹਾਦਰ ਜੀ ਨੇ ਕਹੀਆਂ ਵੀ ਜਿੰਨਾ ਜਿਹੜਾ ਦਾਤ ਦੇਵੇ ਉਹਦਾ ਨੇਮ ਵਧਾ। ਉਹ ਤੇਰੀ ਦਾਤ ਨੂੰ ਵਾਹੜ ਲੱਗਦੀ। ਤਨ ਧਨ ਜੈ ਤੋਂ ਕੋ ਦਿਓ ਤਾਂ ਸਿਓ ਨੇ ਹੋਣਾ ਕੀ। ਕਹੋ ਨਾਨਕ ਨਰ ਬਾਵਰੇ ਅਬ ਕਿਉਂ ਡੋਲਤ ਦੀ। ਫਿਰ ਪਛਤਾਉਣਾ ਤੂੰ। 8ਵਾਂ ਸ਼ਲੋਕ ਫਿਰ ਸਮਾਪਤੀ ਜੀ। ਤਨ ਧਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ। ਤਨ ਧਨ ਸੰਪੈ ਸੁਖ ਦਿਓ ਅਰਜੈ ਨੀਕੇ ਧਾਮ। ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨ ਰਾਮ। ਕਉ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ। ਜਿਹਨੇ ਤਨ ਦਿੱਤਾ, ਧਨ ਦਿੱਤਾ, ਸੰਪੇ ਇਹ ਦਾਤਾਂ ਦਿੱਤੀਆਂ ਨੇ, ਨੀਕੇ ਧਾਮ ਮਕਾਨ ਦਿੱਤੇ ਨੇ। ਕਹੋ ਨਾਨਕ ਸੁਨ ਰੇ ਮਨਾ ਸਿਮਰਤ ਕਾਹੇ ਨਾ ਰਾਮ। ਕੋਈ ਪੰਕਤੀ, ਕੋਈ ਗੁਰੂ ਤੇਗ ਬਹਾਦਰ ਦਾ ਮਹਾਰਾਜ ਜੀ ਦਾ ਉਪਦੇਸ਼ ਇਹੋ ਜਿਹਾ ਨਹੀਂ ਜਿਹੜਾ ਨਾਮ ਨਾਲ ਨਾ ਜੋੜੇ। ਇਹ ਹਰ ਐਤਵਾਰ ਲੜੀਵਾਰ ਕਥਾ ਹੁੰਦੀ ਏ। ਹੁਣ ਅਗਲੇ ਐਤਵਾਰ 9ਵੇਂ 10ਵੇਂ 11ਵੇਂ 12ਵੇਂ ਸ਼ਲੋਕ ਦੀ ਕਥਾ ਹੋਏਗੀ। ਐਸੇ ਗੁਰ ਕੋ ਬਲ ਬਲ ਜਾਈਏ। ਐਸੇ ਗੁਰ ਕੋ ਬਲ ਬਲ ਜਾਈਏ। ਆਪ ਮੁਕਤ ਮੋਇ ਤਾਰੇ, ਆ ਮੁਕਤ ਮੋਇ ਤਾਰੇ। ऐसे गुर को बल बल जाइए। ऐसे गुर को बल बल जाइए। ओ ऐसे गुर को बल बल जाइए।